ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। BA ਸਮੈਸਟਰ 5ਵਾਂ ਦੇ ਲਾਜ਼ਮੀ ਪੰਜਾਬੀ ਵਿਸ਼ੇ ਅਧੀਨ ਮੱਧਕਾਲੀਨ ਪੰਜਾਬੀ ਕਾਵਧਾਰਾ ਪੁਸਤਕ ਵਿੱਚੋਂ ਗੁਰੂ ਨਾਨਕ ਦੇਵ ਜੀ ਦੀ ਬਾਣੀ ਕਾਹਾ ਸੂ ਖੇਲ ਤਬੇਲਾ ਪੜ੍ਹਾਂਗੇ। ਕਾਹਾ ਸੂ ਖੇਲ ਤਬੇਲਾ ਭਾਵ ਕਾਹਾ ਭਾਵ ਕਿੱਥੇ, ਖੇਲ ਤਬੇਲਾ ਖੇਡ, ਦੁਨੀਆ ਦੇ ਰੰਗ ਤਮਾਸ਼ੇ ਰੌਣਕਾਂ, ਤਬੇਲਾ ਜਿੱਥੇ ਅਸੀਂ ਘੋੜੇ ਖੜੇ ਕਰਦੇ ਹਾਂ, ਅਸਤਬਲ ਵੀ ਕਹਿ ਦਿੱਤਾ ਜਾਂਦਾ ਇਹਨੂੰ। ਕਹਿੰਦਾ ਇਹ ਸਾਰਾ ਕੁਝ ਕਿੱਥੇ ਚਲਾ ਗਿਆ। ਕਿਉਂ ਕਹਿ ਰਹੇ ਹਾਂ? ਇਹ ਬਾਣੀ ਗੁਰੂ ਨਾਨਕ ਦੇਵ ਜੀ ਨੇ ਜਦੋਂ ਬਾਬਰ ਭਾਰਤ ਦੇ ਉੱਤੇ ਹਮਲਾ ਕਰਦਾ ਹੈ ਅਤੇ ਸੈਦਪੁਰ ਦੇ ਵਿੱਚ ਬਹੁਤ ਤਬਾਹੀ ਮਚਾਉਂਦਾ ਹੈ, ਇਸਤਰੀਆਂ ਦੀ ਬੇਇੱਜ਼ਤੀ ਕਰਦਾ ਹੈ, ਕੱਟ ਵੱਢ ਕਰਦਾ ਹੈ, ਲੁੱਟ ਖੋਹ ਕਰਦਾ ਹੈ, ਤਾਂ ਉਸ ਵੇਲੇ ਉਹਨਾਂ ਨੇ ਇਹ ਬਾਣੀ ਲਿਖੀ ਅਤੇ ਉਹਨਾਂ ਨੇ ਇਹ ਕਿਹਾ ਕਿ ਇਸ ਸੰਸਾਰ ਨੂੰ ਉਪਜਾਉਣ ਵਾਲਾ ਵੀ ਉਹ ਪਰਮਾਤਮਾ ਹੀ ਹੈ ਅਤੇ ਇਹਨੂੰ ਖਤਮ ਕਰਨ ਵਾਲਾ ਵੀ ਪਰਮਾਤਮਾ ਹੀ ਹੈ। ਜੋ ਵੀ ਹੁੰਦਾ ਹੈ ਪਰਮਾਤਮਾ ਦੀ ਰਜ਼ਾ ਦੇ ਵਿੱਚ ਹੀ ਹੁੰਦਾ। ਜਦੋਂ ਉਹਦਾ ਮਨ ਕਰਦਾ ਇਹ ਸੰਸਾਰ ਨੂੰ ਬਣਾ ਸਕਦਾ ਅਤੇ ਇਹਨੂੰ ਖਤਮ ਵੀ ਉਹ ਆਪਣੀ ਮਰਜ਼ੀ ਦੇ ਨਾਲ ਕਰ ਸਕਦਾ। ਅਤੇ ਸਭ ਕੁਝ ਜਦੋਂ ਜਿਹਦੇ ਹੱਥੋਂ ਜੋ ਉਹਨੇ ਕਰਵਾਉਣਾ ਹੁੰਦਾ ਉਹ ਕਰਵਾ ਦਿੰਦਾ ਹੈ। ਕੀ ਕਹਿੰਦੇ ਆ ਇਸ ਬਾਣੀ ਵਿੱਚ? ਕਾਹਾ ਸੂ ਖੇਲ ਤਬੇਲਾ ਘੋੜੇ ਕਾਹਾ ਭੇਰੀ ਸਹਿਨਾਈ। ਕਹਿੰਦੇ ਉਹ ਸੈਦਪੁਰ ਜਿੱਥੇ ਰੌਣਕਾਂ ਲੱਗੀਆਂ ਹੁੰਦੀਆਂ ਸੀਗੀਆਂ, ਜਿੱਥੇ ਘੋੜਿਆਂ ਦੇ ਤਬੇਲੇ ਸੀਗੇ, ਰੰਗ ਰੰਗ ਲੱਗੇ ਰਹਿੰਦੇ ਹੁੰਦੇ ਸੀਗੇ, ਰੌਣਕਾਂ ਲੱਗੀਆਂ ਰਹਿੰਦੀਆਂ ਸੀਗੀਆਂ। ਕਹਿੰਦੇ ਉਹ ਸਾਰਾ ਕੁਝ ਕਿੱਥੇ ਗਿਆ? ਕਾਹਾ ਸੂ ਖੇਲ ਤਬੇਲਾ, ਇਹ ਸੈਦਪੁਰ ਦੇ ਖੇਲ ਤਮਾਸ਼ੇ, ਇੱਥੇ ਵੱਡੇ ਵੱਡੇ ਜਿਹੜੇ ਘੋੜਿਆਂ ਦੇ ਤਬੇਲੇ ਸੀਗੇ ਉਹ ਕਿਉਂ ਹੁੰਦੇ ਸੀਗੇ? ਕਿਉਂਕਿ ਸਿਪਾਹੀ ਜਿਹੜੇ ਉਹ ਤਬੇਲਿਆਂ ਨੂੰ ਵਰਤਦੇ ਹੁੰਦੇ ਸੀਗੇ, ਘੋੜਿਆਂ ਦੇ ਨਾਲ ਲੜਾਈਆਂ ਕਰਨ ਜਾਂਦੇ ਹੁੰਦੇ ਸੀਗੇ। ਕਹਿੰਦੇ ਉਹ ਕਿੱਥੇ ਗਏ? ਘੋੜੇ ਕਾਹਾ, ਕਿੱਥੇ ਚਲੇ ਗਏ ਉਹ ਘੋੜੇ? ਕਹਿੰਦਾ ਭੇਰੀ ਸਹਿਨਾਈ, ਭੇਰੀ ਹੁੰਦੀ ਹੈ ਨਗਾਰੇ ਵੱਜਣੇ, ਢੋਲ ਵੱਡੇ ਵੱਡੇ, ਸਹਿਨਾਈਆਂ ਵੱਜਣੀਆਂ। ਕਹਿੰਦਾ ਇਹ ਸਾਰੀਆਂ ਕਿੱਥੇ ਚਲੇ ਗਈਆਂ? ਕਹਿੰਦਾ ਕਾਹਾ ਸੂ ਤੇਗ ਬੰਦ, ਤੇਗ ਬੰਦ ਭਾਵ ਤੇਗ ਕੀ ਹੁੰਦੀ ਹੈ? ਤਲਵਾਰ। ਬੰਦ ਗਾਤਰੇ ਖੇਡਣਾ, ਜਿਵੇਂ ਗਾਤਰੇ ਖੇਡੇ ਜਾਂਦੇ ਆ ਤਲਵਾਰ ਦੇ ਨਾਲ, ਤਲਵਾਰਾਂ ਦੇ ਨਾਲ ਲੜਾਈਆਂ ਹੁੰਦੀਆਂ। ਕਹਿੰਦਾ ਇਹ ਸਾਰਾ ਕੁਝ ਕਿੱਥੇ ਚਲਾ ਗਿਆ? ਗਾਡੇਰੜ ਕਾਹਾ ਸੂ ਲਾਲ ਕਵਾਈ, ਗਾਡੇਰੜ ਭਾਵ ਗੱਡੇ, ਉਹ ਕਿੱਥੇ ਚਲੇ ਗਏ? ਕਹਿੰਦਾ ਕਾਹਾ ਸੂ ਲਾਲ ਕਵਾਈ, ਕਵਾਈ ਭਾਵ ਪੁਸ਼ਾਕਾਂ ਜਾਂ ਕੱਪੜੇ। ਕਹਿੰਦਾ ਲੋਕ ਜਿਹੜੇ ਸੋਹਣੇ ਸੋਹਣੇ ਲਾਲ ਰੰਗ ਦੀਆਂ ਪੁਸ਼ਾਕਾਂ ਪਾਉਂਦੇ ਸੀਗੇ, ਕਹਿੰਦਾ ਉਹ ਸਾਰੇ ਲੋਕ ਕਿੱਥੇ ਚਲੇ ਗਏ ਜਾਂ ਉਹ ਪੁਸ਼ਾਕਾਂ ਕਿੱਥੇ ਚਲੇ ਗਈਆਂ? ਕਾਹਾ ਸੂ ਆਰਸੀਆ ਮੂੰਹ ਬੰਕੇ ਇੱਥੇ ਦਿਸੈ ਨਾਹੀ। ਆਰਸੀਆ ਕੀ ਹੁੰਦਾ? ਅੰਗੂਠੇ ਦੇ ਵਿੱਚ ਪਾਉਣ ਵਾਲਾ ਇੱਕ ਗਹਿਣਾ ਹੈ। ਪੁਰਾਣੇ ਲੋਕ ਜਾਂ ਸ਼ਾਹੀ ਲੋਕ ਜਿਹੜੇ ਉਹ ਪਾਉਂਦੇ ਹੁੰਦੇ ਸੀਗੇ, ਉਹਨਾਂ ਵਿੱਚ ਸ਼ੀਸ਼ਾ ਲੱਗਿਆ ਹੁੰਦਾ ਸੀਗਾ ਜਿਹੜਾ ਕਿ ਆਪਣਾ ਜਿਹੜਾ ਚਿਹਰਾ ਦੇਖਣ ਦੇ ਲਈ ਵਰਤ ਲਿਆ ਜਾਂਦਾ ਹੁੰਦਾ ਸੀਗਾ। ਕਹਿੰਦਾ ਉਹ ਆਰਸੀਆਂ ਪਾਉਣ ਵਾਲੇ ਲੋਕ ਜਾਂ ਉਹ ਆਰਸੀਆਂ ਕਿੱਥੇ ਚਲੇ ਗਈਆਂ? ਕਹਿੰਦਾ ਮੂੰਹ ਬੰਕੇ ਇੱਥੇ ਦਿਸੇ ਨਾਹੀ। ਬੰਕੇ ਜਿਹੜੇ ਆਪਣੇ ਆਪ ਨੂੰ ਬਹਾਦਰ ਕਹਿੰਦੇ ਸੀਗੇ ਉਹ ਕਿੱਥੇ ਗਏ? ਕਹਿੰਦਾ ਹੁਣ ਤਾਂ ਕੋਈ ਵੀ ਦਿਖਦਾ ਨਹੀਂ ਹੈ ਅੱਜ ਤਾਂ। ਅਤੇ ਉਹ ਸੋਹਣੇ ਚਿਹਰੇ ਜਿਨ੍ਹਾਂ ਨੂੰ ਆਰਸੀਆਂ ਦੇ ਵਿੱਚ ਬਾਰ-ਬਾਰ ਦੇਖਿਆ ਜਾਂਦਾ ਸੀਗਾ, ਉਹ ਚਿਹਰੇ ਵੀ ਹੁਣ ਦਿਖਾਈ ਨਹੀਂ ਦਿੰਦੇ। ਅੱਗੇ ਕੀ ਕਿਹਾ? ਇਹ ਜੱਗ ਤੇਰਾ ਤੂੰ ਗੋਸਾਈ। ਕਹਿੰਦੇ ਇਹ ਜਿਹੜਾ ਜੱਗ ਸੰਸਾਰ ਹੈ, ਇਹ ਦੁਨੀਆ ਹੈ, ਉਹ ਤੇਰੀ ਬਣਾਈ ਹੋਈ ਹੈ। ਤੂੰ ਗੋਸਾਈ, ਗੋਸਾਈ ਭਾਵ ਮਾਲਕ। ਕਹਿੰਦਾ ਤੇ ਤੂੰ ਇਸ ਜੱਗ ਦਾ ਮਾਲਕ ਹੈ। ਏਕ ਘੜੀ ਮਾਂ ਥਾਪ ਉਥਾਪੇ। ਇੱਕ ਘੜੀ ਵਿੱਚ ਜਦ ਉਸ ਮਾਲਕ ਦਾ ਮਨ ਹੁੰਦਾ ਉਹ ਥਾਪ ਦਿੰਦਾ ਹੈ ਇਸ ਸੰਸਾਰ ਨੂੰ। ਥਾਪਣਾ ਭਾਵ ਬਣਾਉਣਾ, ਉਹ ਥਾਪੇ ਭਾਵ ਖਤਮ ਕਰਨਾ। ਅਤੇ ਜਦ ਉਹਦਾ ਮਨ ਕਰਦਾ ਉਹ ਇਸ ਸੰਸਾਰ ਨੂੰ ਖਤਮ ਕਰ ਦਿੰਦਾ। ਜਰ ਵੰਡ ਦੇਵੇ ਭਾਈ, ਜਰ ਹੁੰਦਾ ਪੈਸਾ, ਧਨ ਦੌਲਤ। ਕਹਿੰਦਾ ਜਦੋਂ ਉਹਦਾ ਮਨ ਕਰਦਾ ਧਨ ਦੌਲਤ ਉਹ ਕਿਸੇ ਨੂੰ ਵੀ ਵੰਡ ਦਿੰਦਾ। ਰਹਾਓ। ਕਹਿੰਦਾ ਕਾਹਾ ਸੂ ਘਰ ਦਰ ਮੰਡਪ ਮਹਿਲਾ, ਕਾਹਾ ਸੂ ਬੰਕ ਸਰਾਈ। ਕੀ ਕਿਹਾ? ਕਹਿੰਦੇ ਕਾਹਾ ਸੂ ਘਰ, ਜਿਹੜੇ ਸੋਹਣੇ ਸੋਹਣੇ ਘਰ ਸੀਗੇ ਸੈਦਪੁਰ ਦੇ ਵਿੱਚ, ਉਹ ਕਿੱਥੇ ਗਏ? ਦਰ ਜਿਹੜੇ ਦਰਬਾਰ ਲੱਗਦੇ ਸੀਗੇ ਉਹ ਕਿੱਥੇ ਆ? ਮੰਡਪ ਮਹਿਲ ਹੈ ਨਾ, ਵੱਡੇ ਵੱਡੇ ਮੰਡਪ ਸਜਦੇ ਸੀਗੇ, ਮਹਿਲ ਸੀਗੇ, ਉਹ ਕਿੱਥੇ ਚਲੇ ਗਏ? ਕਹਿੰਦਾ ਕਾਹਾ ਸੂ ਬੰਕ ਸਰਾਈ ਹੈ ਨਾ, ਬੰਕ ਸਰਾਈ ਵੱਡੀਆਂ ਵੱਡੀਆਂ ਸਰਾਵਾਂ, ਉਹ ਸਾਰੀਆਂ ਹੁਣ ਨਜ਼ਰ ਨਹੀਂ ਆ ਰਹੀਆਂ। ਕਹਿੰਦੇ ਜਦੋਂ ਉਸ ਬਾਬਰ ਨੇ ਇਸ ਸੈਦਪੁਰ ਦੇ ਉੱਤੇ ਹਮਲਾ ਕੀਤਾ ਤਾਂ ਇਹ ਸਾਰਾ ਕੁਝ ਖਤਮ ਕਰਤਾ। ਕਹਿੰਦਾ ਕਾਹਾ ਸੂ ਸੇਜ ਸੁਖਾਲੀ, ਕਾਮਣ ਜਿਸ ਵੇਖ ਨੀਂਦ ਨਾ ਪਾਈ। ਕੀ ਕਹਿੰਦੇ? ਕਹਿੰਦੇ ਕਾਹਾ ਸੂ ਸੇਜ ਸੁਖਾਲੀ। ਕਹਿੰਦੇ ਉਹ ਸੇਜ ਜਿਹੜੀ ਸੁੱਖ ਦੇਣ ਵਾਲੀ ਸੀਗੀ ਉਹ ਕਿੱਥੇ ਗਈ? ਕਾਮਣ ਉਸ 'ਤੇ ਬੈਠਣ ਵਾਲੀ ਇਸਤਰੀ, ਸੁੰਦਰ ਇਸਤਰੀ, ਉਹ ਕਿੱਥੇ ਹੈ? ਕਹਿੰਦਾ ਜਿਸ ਵੇਖ ਨੀਂਦ ਨਾ ਪਾਈ, ਜਿਹਨੂੰ ਦੇਖ ਕੇ ਨੀਂਦ ਵੀ ਅੱਖਾਂ ਵਿੱਚ ਨਹੀਂ ਸੀ ਉਤਰਦੀ। ਕਹਿੰਦਾ ਇਹ ਵੀ ਸਾਰਾ ਕੁਝ ਖਤਮ ਹੋ ਗਿਆ। ਕਾਹਾ ਸੂ ਪਾਨ ਤੰਬੋਲੀ ਹਰਮਾਂ ਹੋਈਆਂ
ਸ਼ਾਈ ਮਾਈ। ਪਾਨ ਤਬੋਈ ਭਾਵ ਕਹਿੰਦਾ ਉਹ ਜਿਹੜੀਆਂ ਇਸਤਰੀਆਂ ਪਾਨ ਵੇਚਦੀਆਂ ਸੀਗੀਆਂ ਕਹਿੰਦਾ ਉਹ ਵੀ ਨਜ਼ਰ ਨਹੀਂ ਆਉਣੀਆਂ। ਹਰਮਾਂ ਹੋਈਆਂ ਸ਼ਾਈ ਮਾਈ, ਹਰਮਾਂ ਹੋਈਆਂ ਭਾਵ ਪਰਦਾ ਜਿਹੜੀਆਂ ਕਰਕੇ ਰੱਖਦੀਆਂ ਸੀਗੀਆਂ ਇਸਤਰੀਆਂ, ਕੋਈ ਉਹਨਾਂ ਨੂੰ ਦੇਖ ਨਹੀਂ ਸੀਗਾ ਪਾਉਂਦਾ। ਕਹਿੰਦਾ ਉਹ ਇਸਤਰੀਆਂ ਕਿੱਥੇ ਗਈਆਂ? ਸ਼ਾਈ ਮਾਈ ਭਾਵ ਖਤਮ ਹੋ ਗਈਆਂ ਕਹਿੰਦਾ ਉਹ ਤਾਂ ਸਾਰੀਆਂ। ਕਹਿੰਦਾ ਇਸ ਜਰ ਕਾਰਨ ਘਣੀ ਵਿਗੁੱਤੀ, ਇਨ ਜਰ ਘਣੀ ਖੁਆਈ। ਹੁਣ ਇੱਥੇ ਜਰ ਸ਼ਬਦ ਫੇਰ ਆਇਆ, ਪਹਿਲਾਂ ਵੀ ਉੱਪਰ ਆ ਗਿਆ। ਜਰ ਭਾਵ ਪੈਸਾ, ਧਨ ਦੌਲਤ। ਕਹਿੰਦਾ ਇਸ ਜਰ ਕਾਰਨ, ਇਸ ਧਨ ਦੇ ਕਰਕੇ, ਇਸ ਪੈਸੇ ਦੇ ਕਰਕੇ ਘਣੀ ਵਿਗੁੱਤੀ, ਘਣੀ ਵਿਗੁੱਤੀ ਭਾਵ ਇਹ ਜਿਹੜੀ ਦੁਨੀਆ ਹੈ, ਵਿਗੁੱਤੀ ਭਾਵ ਕੁਰਾਹੇ ਪੈਣਾ, ਕੁਰਾਹੇ ਪੈ ਗਈ ਹੈ। ਕਹਿੰਦਾ ਗਲਤ ਰਾਸਤੇ ਦੇ ਤੁਰ ਪਈ ਹੈ। ਇਨ ਜਰ ਘਣੀ ਖੁਆਈ, ਤੇ ਇਸ ਪੈਸੇ ਦੇ ਖਾਤਰ ਹੀ ਇਹ ਜਿਹੜੀ ਦੁਨੀਆ ਹੈ ਖੁਆਈ ਭਾਵ ਖਵਾਰ ਹੋ ਰਹੀ ਹੈ, ਖੱਜਲ ਖਵਾਰ ਹੋ ਰਹੀ ਹੈ। ਕਹਿੰਦਾ ਪਾਪ ਬਾਜੂ ਹੋਵੇ ਨਹੀਂ, ਮੋਇਆ ਸਾਥ ਨਾ ਜਾਈ। ਕਹਿੰਦਾ ਕੋਈ ਵੀ ਜਿਹੜੀ ਧਨ ਦੌਲਤ ਮਾਇਆ ਇਕੱਠੀ ਕਰਦੇ ਹਾਂ ਆਪਾਂ, ਪਾਪ ਬਾਜ ਹੋਵੇ ਨਹੀਂ, ਮੋਇਆ, ਮੋਇਆ ਭਾਵ ਮਾਇਆ ਹੈ ਨਾ। ਕਹਿੰਦਾ ਪਾਪ ਕਰਨੇ ਪੈਂਦੇ ਆ ਫਿਰ ਇਹ ਜਿਹੜੀ ਮਾਇਆ ਹੈ ਉਹ ਇਕੱਠੀ ਹੁੰਦੀ ਹੈ। ਸਾਥ ਨਾ ਜਾਈ, ਪਰ ਇਹ ਸਾਡੇ ਨਾਲ ਨਹੀਂ ਜਾਂਦੀ ਜਿਹਨੂੰ ਅਸੀਂ ਗਲਤ ਤਰੀਕੇ ਦੇ ਨਾਲ ਇਕੱਠਾ ਕਰਦੇ ਹਾਂ। ਫਿਰ ਅੱਗੇ ਕੀ ਕਹਿੰਦੇ ਆ? ਕਹਿੰਦੇ ਜਿਸਨੂੰ ਆਪ ਖੁਆਏ ਕਰਤਾ, ਖੁਸ ਲਏ ਚੰਗਿਆਈ। ਜਿਸਨੂੰ ਆਪ ਖੁਆਏ, ਖੁਆਏ ਫਿਰ ਆ ਗਿਆ ਸ਼ਬਦ ਦੁਆਰਾ, ਖੁਆਰ ਹੋਣਾ ਹੈ ਨਾ, ਜਾਂ ਜਿਹਨੂੰ ਖੁਆਰ ਕਰਨਾ ਉਹਨੇ ਸੋਚਿਆ ਹੁੰਦਾ ਹੈ ਨਾ। ਕਹਿੰਦਾ ਉਹਨੂੰ ਉਹ ਖੁਆਰ ਕਰਕੇ ਖੁਸ ਲਏ ਚੰਗਿਆਈ, ਉਹਦੇ ਅੰਦਰੋਂ ਉਹਦੀ ਚੰਗਿਆਈ ਨੂੰ ਖਤਮ ਕਰ ਦਿੰਦਾ। ਫਿਰ ਇਨਸਾਨ ਉਹ ਬੁਰਾ ਬਣ ਜਾਂਦਾ, ਭਾਵੇਂ ਉਹ ਬੁਰਾ ਨਾ ਵੀ ਹੋਵੇ। ਕਹਿੰਦਾ ਕੋਟੀ ਹੂ ਪੀਰ ਵਰਜ ਰਹਾਏ, ਜਾਂ ਮੀਰ ਸੁਣਿਆ ਤਾਇਆ। ਕੋਟੀ ਭਾਵ ਕਰੋੜਾਂ ਹੀ। ਕਹਿੰਦਾ ਪੀਰ, ਪੀਰ ਕਿਹਨਾਂ ਨੂੰ ਕਹਿੰਦਾ? ਪੀਰ ਜਿਹੜੇ ਮੁਸਲਮਾਨੀ ਜਗ੍ਹਾਵਾਂ 'ਤੇ ਬਹਿੰਦੇ ਆ। ਕਹਿੰਦਾ ਕੋਟੀ ਹੂ ਪੀਰ ਵਰਜ, ਵਰਜ ਹੁੰਦਾ ਰੋਕਣਾ, ਰਹਾਏ ਜਾਂ ਮੀਰ ਸੁਣਿਆ ਤਾਇਆ। ਮੀਰ ਕੌਣ ਹੈ? ਸਮੇਂ ਦੇ ਹਾਕਮ, ਉਸ ਸਮੇਂ ਦੇ ਰਾਜੇ, ਪਠਾਨ ਲੋਕ। ਕਹਿੰਦਾ ਜਦੋਂ ਉਸ ਸਮੇਂ ਦੇ ਹੁਕਮਰਾਨਾਂ ਨੂੰ ਪਤਾ ਲੱਗਿਆ ਕਿ ਬਾਬਰ ਬਹੁਤ ਤੇਜ਼ੀ ਦੇ ਨਾਲ ਭਾਰਤ ਦੇ ਵਿੱਚ ਅੱਗੇ ਅੱਗੇ ਵੱਧ ਰਿਹਾ ਹੈ, ਤਾਂ ਉਹਨਾਂ ਨੇ ਕੀ ਕੀਤਾ? ਉਹਨਾਂ ਨੇ ਕਰੋੜਾਂ ਹੀ ਪੀਰਾਂ ਨੂੰ ਰੋਕ ਲਿਆ ਆਪਣੇ ਕੋਲ, ਤਾਂ ਕਿ ਉਹ ਕੁਛ ਪੂਜਾ ਪਾਠ ਕਰਨ ਹੈ ਨਾ, ਤਾਂ ਕਿ ਉਹ ਕਿਸੇ ਤਰੀਕੇ ਦੇ ਨਾਲ ਬਾਬਰ ਨੂੰ ਅੱਗੇ ਵਧਣ ਤੋਂ ਰੋਕ ਸਕਣ। ਕਹਿੰਦਾ ਥਾਨ ਮੁਕਾਮ ਜਲੇ ਵਿਜ ਮੰਦਰ, ਮੂਚ ਮੂਚ ਕੋਇਰ ਰੁਲਾਇਆ। ਪਰ ਕੀ ਕਹਿੰਦਾ? ਥਾਨ ਮੁਕਾਮ ਜਲੇ ਬਿਜ ਮੰਦਰ, ਬਿਜ ਹੁੰਦੇ ਪੱਕੇ ਹੈ ਨਾ, ਮਕਾਨ ਮੰਦਰ ਬਣਾਉਣਾ, ਮੁੱਛ ਮੁੱਛ ਛੋਟੇ ਛੋਟੇ ਕਰ ਦੇਣਾ, ਟੁਕੜਿਆਂ ਦੇ ਵਿੱਚ ਵੰਡ ਦੇਣਾ। ਕਹਿੰਦਾ ਉਹਨਾਂ ਨੇ ਭਾਵੇਂ ਜਿੰਨੇ ਮਰਜ਼ੀ ਯਤਨ ਕੀਤੇ, ਪੀਰ ਬੁਲਾ ਲਏ ਉਹਨਾਂ ਨੇ, ਜਾਦੂ ਟੋਣੇ ਕਰਵਾਏ ਜਾਂ ਮੰਤਰ ਪੜਵਾਏ, ਪਰ ਕਹਿੰਦਾ ਇਹਨਾਂ ਦਾ ਕੋਈ ਫਾਇਦਾ ਨਹੀਂ ਹੋਇਆ। ਕਹਿੰਦਾ ਬਾਬਰ ਦੇ ਜਿਹੜੇ ਸਿਪਾਹੀ ਸੀਗੇ, ਬਾਬਰ ਉਹਨਾਂ ਨੇ ਰਲ ਕੇ ਕਹਿੰਦਾ ਉਹਨਾਂ ਦੇ ਪੱਕੇ ਮੰਦਰਾਂ ਨੂੰ ਵੀ ਜਲਾ ਛੱਡਿਆ ਤੇ ਮੁੱਛ ਮੁੱਛ ਕੋਇਰ ਰੁਲਾਇਆ। ਤੇ ਉਹਨਾਂ ਦੇ ਜਿਹੜੇ ਕੁੰਵਰ ਸੀਗੇ, ਸ਼ਹਿਜ਼ਾਦੇ ਸੀਗੇ ਪਠਾਣਾਂ ਦੇ, ਕਹਿੰਦੇ ਉਹਨਾਂ ਨੂੰ ਮੁੱਛ ਮੁੱਛ ਟੋਟੇ ਟੋਟੇ ਕਰਕੇ ਉਹਨਾਂ ਨੇ ਰੁਲਾਇਆ ਤੇ ਉਹਨਾਂ ਨੂੰ ਮਾਰਿਆ। ਕਹਿੰਦਾ ਕੋਈ ਮੁਗਲ ਨਾ ਹੁਆ ਅੰਧਾ, ਕਿਨੇ ਨਾ ਪਰਚਾ ਲਾਇਆ। ਤੇ ਉਹ ਜਿਹੜੇ ਜਾਦੂ ਟੋਣੇ ਕਰਵਾਏ ਕਿਸੇ ਵੀ ਕਹਿੰਦਾ ਅਰਥ ਨਹੀਂ ਆਏ, ਤੇ ਕੋਈ ਵੀ ਐਸਾ ਮੁਗਲ ਨਹੀਂ ਸੀਗਾ ਜਿਹੜਾ ਕਿ ਅੰਨਾ ਹੋ ਗਿਆ ਹੋਵੇ ਜਾਂ ਉਹਨੂੰ ਦਿਸਦਾ ਨਾ ਹੋਵੇ, ਕਿੰਨੇ ਨਾ ਪਰਚਾ ਲਾਏ। ਤੇ ਨਾ ਹੀ ਕਿਸੇ ਕਰਾਮਾਤ ਨੇ ਕੁਛ ਉਹਨਾਂ ਦੇ ਖਿਲਾਫ ਕੋਈ ਪਰਚਾ ਦਾਇਰ ਕੀਤਾ, ਕੋਈ ਉਹਨਾਂ ਦੇ ਖਿਲਾਫ ਕਹਿੰਦੇ ਕੁਛ ਵੀ ਨਹੀਂ ਹੋਇਆ। ਕਹਿੰਦਾ ਮੁਗਲ ਪਠਾਣਾ ਪਈ ਲੜਾਈ, ਰਣਮਾ ਤੇਗ ਬਗਾਈ। ਤੇ ਮੁਗਲਾਂ ਤੇ ਪਠਾਣਾਂ ਦੀ ਲੜਾਈ ਕਹਿੰਦੇ ਰੱਜ ਕੇ ਹੋਈ, ਰਣਮਾ ਯੁੱਧ ਦੇ ਮੈਦਾਨ ਵਿੱਚ, ਤੇਗ ਬਗਾਈ ਤਲਵਾਰਾਂ ਚੱਲੀਆਂ ਉੱਥੇ। ਓਨੀ ਤੁਪਕ ਤਾਣ ਚਲਾਈ, ਓਨੀ ਹਸਤ ਚੜਾਈ। ਕੀ ਕਿਹਾ? ਕਹਿੰਦੇ ਜਿਹੜਾ ਬਾਬਰ ਸੀਗਾ ਉਹਨੇ ਤੁਪਕ ਭਾਵ ਬੰਦੂਕਾਂ, ਤੋਪਾਂ ਉਹਨੇ ਉਹ ਵਰਤੀਆਂ ਉਹਦੇ ਵਿੱਚ, ਓਨੀ ਹਸਤ ਚੜਾਈ। ਤੇ ਪਠਾਣਾਂ ਨੇ ਕੀ ਕੀਤਾ ਉਸ ਯੁੱਧ ਦੇ ਵਿੱਚ? ਉਹਨਾਂ ਨੇ ਹਾਥੀਆਂ ਦੇ ਨਾਲ, ਹਾਥੀਆਂ ਦੀ ਚੜਾਈ ਕੀਤੀ ਤੇ ਲੜਾਈ ਕੀਤੀ। ਕਹਿੰਦਾ ਜਿਨ ਕੀ ਚੀਰੀ ਦਰਗਾਹ, ਪਾਟੀ ਤਿਨਾ ਮਰਣਾ ਭਾਈ। ਜਿਨ ਕੀ ਚੀਰੀ ਦਰਗਾਹ, ਜਿਨ੍ਹਾਂ ਦੀ ਧੁਰੋਂ ਹੀ ਲਿਖੀ ਹੋਈ ਸੀਗੀ ਕਿ ਇਹਨਾਂ ਨੇ ਮਰਨਾ ਹੈ, ਪਾਟੀ ਤਿਨਾ ਮਰਣਾ ਭਾਈ, ਉਹਨਾਂ ਨੂੰ ਮਰਨਾ ਪਿਆ, ਕਿਉਂਕਿ ਇਹ ਲਿਖਤ ਸੀ ਕਹਿੰਦੇ ਉਸ ਰੱਬ ਨੇ ਲਿਖੀ ਹੋਈ ਤੇ ਉਹਦੇ ਅਨੁਸਾਰ ਹੀ ਹੋਇਆ। ਇੱਕ ਹਿੰਦਵਾਣੀ ਅਵਰ ਤੁਰਕਾਣੀ, ਪਟਿਆਰੀ ਠਕੁਰਾਣੀ,
ਕਹਿੰਦਾ ਭਾਵੇਂ ਕੋਈ ਹਿੰਦੂ ਇਸਤਰੀਆਂ ਸੀਗੀਆਂ ਜਾਂ ਅਵਰ ਕੋਈ ਤੁਰਕਾਣੀ ਸੀਗੀ ਜਾਂ ਫਿਰ ਭੱਟ ਇਸਤਰੀਆਂ ਸੀਗੀਆਂ ਜਾਂ ਫਿਰ ਠਕੁਰਾਇਣਾਂ ਸੀਗੀਆਂ, ਕਹਿੰਦਾ ਸਾਰਿਆਂ ਦੇ ਨਾਲ ਹੀ ਗਲਤ ਵਿਵਹਾਰ ਕੀਤਾ ਗਿਆ। ਇੱਕ ਨਾ ਪੇਰਣ ਸਿਰ ਖੁਰ ਪੱਟ ਹੈ, ਇੱਕ ਨਾ ਬਾਸ ਮਸਾਣੀ। ਇੱਕ ਨਾ ਪੇਰਣ ਭਾਵ ਬੁਰਕਾ, ਹੈ ਨਾ। ਕਹਿੰਦਾ ਕਈ ਐਸੀਆਂ ਇਸਤਰੀਆਂ ਸੀਗੀਆਂ ਜਿਹੜੀਆਂ ਬੁਰਕੇ ਨਾਲ ਢੱਕੀਆਂ ਰਹਿੰਦੀਆਂ ਸੀਗੀਆਂ ਅਤੇ ਉਹਨਾਂ ਨੂੰ ਕਹਿੰਦੇ ਉਹਨਾਂ ਦੇ ਬੁਰਕੇ ਨੂੰ ਸਿਰ ਖੁਰ ਪੱਟ ਹੈ, ਸਿਰ ਤੋਂ ਲੈ ਕੇ ਖੁਰ ਪੈਰ ਤੱਕ ਉਹਨਾਂ ਨੂੰ ਪਾੜਿਆ ਗਿਆ। ਕਹਿੰਦਾ ਇੱਕ ਨਾ ਵਾਸ ਮਸਾਣੀ, ਅਤੇ ਉਹਨਾਂ ਦੇ ਵਿੱਚੋਂ ਕਈਆਂ ਨੂੰ ਸ਼ਮਸ਼ਾਨ ਘਾਟ ਦੇ ਵਿੱਚ ਪਹੁੰਚਾ ਦਿੱਤਾ ਗਿਆ, ਭਾਵ ਮਾਰ ਦਿੱਤਾ ਗਿਆ। ਜਿਨ ਕੇ ਬੰਕੇ ਘਰੀ ਨਾ ਆਇਆ, ਤਿੰਨ ਕਉ ਰਹਿਣ ਵਿਹਾਣੀ। ਅਤੇ ਕਈ ਇਸਤਰੀਆਂ ਜਿਨ੍ਹਾਂ ਦੇ ਬੰਕੇ ਭਾਵ ਸੋਹਣੇ ਗੱਭਰੂ ਘਰ ਵਾਲੇ ਉਹਨਾਂ ਦੇ, ਕਹਿੰਦਾ ਉਹਨਾਂ ਦੇ ਖਸਮ, ਉਹ ਘਰ ਨਹੀਂ ਆਏ। ਜਿਨ ਕੇ ਬੰਕੇ ਘਰੀ ਨਾ ਆਇਆ, ਤਿੰਨ ਕਉ ਰਹਿਣ ਵਿਹਾਣੀ। ਉਹਨਾਂ ਨੂੰ ਰੋਣਾ ਪਿਆ, ਉਹ ਰੋਂਦੀਆਂ ਰਹੀਆਂ। ਤਿੰਨ ਕਿਉਂ ਰਹਿਣ ਵਿਹਾਣੀ ਮਤਲਬ ਕਿੱਦਾਂ ਉਹਨਾਂ ਨੇ ਕਹਿੰਦੇ ਰਹਿਣ ਜਿਹੜੀ ਉਹ ਕੱਢੀ ਹੋਏਗੀ। ਰਹਿਣ ਮਤਲਬ ਰਾਤ। ਕਹਿੰਦਾ ਆਪੇ ਕਰੇ ਕਰਾਏ ਕਰਤਾ, ਕਿਸ ਨੂੰ ਆਖ ਸੁਣਾਈਏ। ਕਹਿੰਦੇ ਹੁਣ ਇਹ ਜੋ ਕੁਛ ਵੀ ਹੋਇਆ, ਕਿਸੇ ਦੇ ਨਾਲ ਗਲਤ ਹੋਇਆ, ਕਿਸੇ ਨੂੰ ਮਾਰਿਆ ਗਿਆ ਜਾਂ ਇਹ ਲੜਾਈ ਹੋਈ, ਕਹਿੰਦੇ ਆਪੇ ਕਰੇ, ਉਹ ਪਰਮਾਤਮਾ ਖੁਦ ਹੀ ਕਰ ਰਿਹਾ। ਆਪੇ ਕਰੇ ਕਰਾਏ ਕਰਤਾ, ਉਹ ਕਰਨ ਵਾਲਾ ਵੀ ਆਪ ਹੀ ਹੈ, ਕਰਾਉਣ ਵਾਲਾ ਵੀ ਆਪ ਹੀ ਹੈ। ਕਿਸ ਨੂੰ ਆਖ ਸੁਣਾਈਏ। ਅਤੇ ਅਸੀਂ ਹੁਣ ਇਸ ਗੱਲ ਦਾ ਦੋਸ਼ ਕਿਹਨੂੰ ਦੇ ਸਕਦੇ ਹਾਂ ਕਿ ਇਹ ਸਾਰਾ ਕੁਛ ਕਿਸ ਨੇ ਕੀਤਾ। ਦੁੱਖ ਸੁੱਖ ਤੇਰੇ ਭਾਣੇ ਹੋਵੇ, ਕਿਸ ਥੈ ਜਾਏ ਰਵਾਈਐ। ਕਹਿੰਦੇ ਕਿ ਜ਼ਿੰਦਗੀ ਦੇ ਜਿੰਨੇ ਵੀ ਦੁੱਖ ਸੁੱਖ ਹੈ ਉਹ ਉਸ ਪਰਮਾਤਮਾ ਦੇ ਭਾਣੇ ਮਰਜ਼ੀ ਦੇ ਨਾਲ ਹੀ ਹੁੰਦੇ ਆ। ਕਿਸ ਥੈ ਜਾਏ ਰਵਾਈਏ, ਹੋਰ ਕਿਹਦੇ ਕੋਲ ਜਾ ਕੇ ਫਿਰ ਅਸੀਂ ਦੁੱਖ ਰੋਈਏ। ਕਹਿੰਦਾ ਹੁਕਮ ਹੀ ਹੁਕਮ ਚਲਾਏ ਵਿਗਸੈ, ਨਾਨਕ ਲਿਖਿਆ ਪਾਈਐ। ਅਤੇ ਸਾਨੂੰ ਉਸ ਪਰਮਾਤਮਾ ਦੇ ਹੁਕਮ ਦੇ ਅਨੁਸਾਰ ਹੀ ਚੱਲਣਾ ਪਏਗਾ। ਹੁਕਮ ਹੀ ਹੁਕਮ ਚਲਾਏ ਵਿਗਸੈ, ਹੈ ਨਾ। ਕਹਿੰਦਾ ਨਾਨਕ ਲਿਖਿਆ ਪਾਈਐ, ਜੋ ਸਾਡੇ ਕਰਮਾਂ ਦੇ ਵਿੱਚ ਲਿਖਿਆ ਹੋਇਆ ਉਹ ਸਾਨੂੰ ਭੁਗਤਣਾ ਪਏਗਾ, ਉਹਦਾ ਲੇਖਾ ਸਾਨੂੰ ਦੇਣਾ ਪਏਗਾ। ਜੋ ਅਸੀਂ ਕਰਮ ਕਰਦੇ ਹਾਂ, ਕਹਿੰਦਾ ਉਹ ਕਿਤੇ ਨਾ ਕਿਤੇ ਸਾਨੂੰ ਭੁਗਤਣੇ ਪੈਣਗੇ। ਇਹ ਸੀਗਾ ਬੱਚਿਓ ਕਹਾ ਸੂ ਖੇਲ ਤਬੇਲਾ। ਅਗਰ ਇਹ ਵੀਡੀਓ ਕਿਸੇ ਵੀ ਤਰ੍ਹਾਂ ਤੁਹਾਡੇ ਲਈ ਲਾਹੇਵੰਦ ਹੋਵੇ ਤਾਂ ਇਸ ਨੂੰ ਜ਼ਰੂਰ ਆਪਣੇ ਦੋਸਤਾਂ ਦੇ ਨਾਲ ਸ਼ੇਅਰ ਕਰੋ, ਲਾਈਕ ਕਰੋ, ਕਮੈਂਟ ਕਰੋ ਅਤੇ ਚੈਨਲ ਨੂੰ ਸਬਸਕ੍ਰਾਈਬ ਕਰੋ। ਧੰਨਵਾਦ।